ਅੱਜ ਦਾ ਆਪਣਾ ਪਾਠ ਨੰਬਰ ਹੈ 4, ਜਿਸ ਦਾ ਨਾਮ ਹੈ ਸੌਮਣ ਹਸਤੀ ਕਿਉ ਗੁੜ ਖਾਵੇ, ਜੋ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਲਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦੇ ਸੰਸਥਾਪਕ ਅਤੇ ਗੁਰਮਤਿ ਕਾਵਿਧਾਰਾ ਦੇ ਮੋਢੀ ਕਵੀ ਕਿਹਾ ਜਾਂਦਾ ਹੈ। ਹੁਣ ਇੱਥੇ ਇੱਕ ਸ਼ਬਦ ਆਉਂਦਾ ਹੈ ਸੰਸਥਾਪਕ, ਭਾਵ ਕਿ ਸੰਸਥਾ ਨੂੰ ਥਾਪਣ ਵਾਲੇ। ਅਗਲਾ ਸ਼ਬਦ ਹੈ ਗੁਰਮਤਿ, ਜਿਸ ਤੋਂ ਭਾਵ ਹੈ ਗੁਰੂ ਦੀ ਮੱਤ, ਭਾਵ ਕਿ ਗੁਰੂ ਦੇ ਦੱਸੇ ਹੋਏ ਰਸਤੇ। ਅਗਲਾ ਸ਼ਬਦ ਹੈ ਮੋਢੀ, ਜਿਸ ਦਾ ਮਤਲਬ ਹੁੰਦਾ ਹੈ ਸਭ ਤੋਂ ਪਹਿਲਾਂ। ਤਾਂ ਇੱਥੇ ਕਿਹਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਹਨ, ਭਾਵ ਕਿ ਉਹਨਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਹੈ, ਅਤੇ ਉਹ ਗੁਰਮਤਿ ਕਾਵਿਧਾਰਾ ਦੇ ਮੋਢੀ ਕਵੀ ਹਨ, ਕਿ ਭਾਵ ਕਿ ਉਹਨਾਂ ਨੇ ਉਹ ਗੁਰਮਤਿ ਕਾਵਿ ਦੇ ਸਭ ਤੋਂ ਪਹਿਲੇ ਕਵੀ ਹਨ। ਆਪ ਜੀ ਦੁਆਰਾ ਰਚੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 19 ਰਾਗਾਂ ਵਿੱਚ ਦਰਜ ਹੈ। ਜਪਜੀ ਅਤੇ ਆਸਾ ਦੀ ਵਾਰ ਉਹਨਾਂ ਦੀਆਂ ਸ਼੍ਰੋਮਣੀ ਬਾਣੀਆਂ ਵਿੱਚੋਂ ਹਨ। ਸ਼੍ਰੋਮਣੀ ਮਤਲਬ ਹੁੰਦਾ ਸਭ ਤੋਂ ਉੱਤਮ, ਭਾਵ ਕਿ ਜਪਜੀ ਸਾਹਿਬ ਅਤੇ ਆਸਾ ਦੀ ਵਾਰ ਉਹਨਾਂ ਦੀਆਂ ਸਭ ਤੋਂ ਉੱਤਮ ਬਾਣੀਆਂ ਵਿੱਚੋਂ ਹਨ। ਆਪ ਜੀ ਦੀ ਬਾਣੀ ਵਿੱਚੋਂ ਮਹੱਤਵਪੂਰਨ ਵਿਸ਼ਿਆਂ ਦੀ ਝਲਕ ਮਿਲਦੀ ਹੈ। ਮਹੱਤਵਪੂਰਨ ਹੁੰਦਾ ਜ਼ਰੂਰੀ, ਔਰ ਵਿਸ਼ੇ ਹੁੰਦਾ ਸਬਜੈਕਟਸ, ਭਾਵ ਕਿ ਆਪ ਜੀ ਦੇ ਬਾਣੀ ਵਿੱਚੋਂ ਜ਼ਰੂਰੀ ਵਿਸ਼ਿਆਂ ਬਾਰੇ ਪਤਾ ਚੱਲਦਾ ਹੈ, ਜੋ ਹਨ ਪਰਮਾਤਮਾ ਦਾ ਸਰੂਪ, ਨਾਮ ਸਿਮਰਨ, ਗੁਰੂ ਦੀ ਲੋੜ ਤੇ ਮਹੱਤਤਾ, ਵਹਿਮਾਂ ਭਰਮਾਂ ਤੇ ਪਖੰਡਾਂ ਦਾ ਖੰਡਨ, ਨੇਕ ਆਦਰਸ਼ਾਂ ਤੇ ਸ਼ੁਭ ਗੁਣਾਂ ਉੱਤੇ ਜ਼ੋਰ ਆਦਿ। ਹੁਣ ਇੱਥੇ ਇੱਕ ਸ਼ਬਦ ਹੁੰਦਾ ਹੈ ਆਦਰਸ਼, ਜਿਹਦਾ ਮਤਲਬ ਹੁੰਦਾ ਹੈ ਮੁੱਲ, ਜਾਂ ਜਿਹਨੂੰ ਵੈਲਿਊਜ਼ ਕਿਹਾ ਜਾਂਦਾ ਹੈ। ਭਾਵ ਕਿ ਇੱਥੇ ਦੱਸਿਆ ਗਿਆ ਹੈ ਕਿ ਪਰਮਾਤਮਾ ਦਾ ਸਰੂਪ ਕਿਹੋ ਜਿਹਾ ਹੈ, ਭਾਵ ਕਿ ਪਰਮਾਤਮਾ ਕਿਸ ਤਰ੍ਹਾਂ ਦਾ ਦਿਖਦਾ ਹੈ, ਉਸ ਦਾ ਰੰਗ ਰੂਪ ਕੀ ਹੈ। ਅੱਗੇ ਹੈ ਉਸ ਦਾ ਨਾਮ ਸਿਮਰਨ, ਇਸ ਤੋਂ ਅੱਗੇ ਹੈ ਗੁਰੂ ਦੀ ਲੋੜ ਤੇ ਮਹੱਤਤਾ। ਲੋੜ ਮਤਲਬ ਜ਼ਰੂਰਤ, ਔਰ ਮਹੱਤਤਾ ਮੀਨਸ ਇੰਪੋਰਟੈਂਸ। ਅੱਗੇ ਆਉਂਦਾ ਹੈ ਵਹਿਮ ਭਰਮਾਂ ਤੇ ਪਖੰਡਾਂ ਦਾ ਖੰਡਨ, ਭਾਵ ਕਿ ਵਹਿਮਾਂ ਭਰਮਾਂ ਤੇ ਪਖੰਡਾਂ ਦੀ ਨਿੰਦਾ। ਅੱਗੇ ਹੈ ਨੇਕ ਆਦਰਸ਼ਾਂ, ਭਾਵ ਕਿ ਚੰਗੇ ਗੁਣਾਂ ਅਤੇ ਸ਼ੁਭ ਗੁਣਾਂ ਉੱਤੇ ਜ਼ੋਰ ਆਦਿ। ਆਪ ਜੀ ਨੇ ਆਪਣੀ ਬਾਣੀ ਵਿੱਚ ਥਾਂ ਥਾਂ ਵਿਖਾਵੇ ਭਰੇ ਕਰਮਕਾਂਡੀ ਜੀਵਨ ਦਾ ਖੰਡਨ ਕਰਦੇ ਹੋਇਆਂ ਮਨੁੱਖ ਨੂੰ ਉੱਚ ਨੈਤਿਕ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਹੁਣ ਇੱਥੇ ਉੱਚ ਨੈਤਿਕ ਗੁਣਾਂ ਨਾਮ ਦਾ ਇੱਕ ਸ਼ਬਦ ਆਉਂਦਾ ਹੈ, ਜਿਸ ਦਾ ਅਰਥ ਹੁੰਦਾ ਹੈ ਹਾਈ ਮੋਰਲ ਵੈਲਿਊਜ਼। ਭਾਵ ਕਿ ਇਸ ਪੂਰੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਵਿਖਾਵੇ ਭਰੇ ਰੀਤੀ ਰਿਵਾਜ ਅਤੇ ਪਰੰਪਰਾਵਾਂ ਦੀ ਨਿੰਦਾ ਕਰਦੇ ਹੋਏ ਮਨੁੱਖ ਨੂੰ ਉੱਚੇ ਮੁੱਲਾਂ ਦਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਹੈ। ਆਪ ਜੀ ਦੀ ਬਾਣੀ ਵਿੱਚੋਂ ਸਮਕਾਲੀ, ਧਾਰਮਿਕ, ਸਮਾਜਿਕ ਅਤੇ ਰਾਜਸੀ ਅਵਸਥਾ ਦਾ ਪਤਾ ਲੱਗਦਾ ਹੈ। ਹੁਣ ਇੱਥੇ ਇੱਕ ਸ਼ਬਦ ਆਉਂਦਾ ਹੈ ਸਮਕਾਲੀ, ਜੋ ਕਿ ਬਣਦਾ ਹੈ ਸਮ ਅਤੇ ਕਾਲੀ ਤੋਂ। ਸਮ ਦਾ ਅਰਥ ਹੁੰਦਾ ਹੈ ਇੱਕੋ, ਕਾਲੀ ਦਾ ਮਤਲਬ ਹੁੰਦਾ ਹੈ ਕਾਲ ਜਾਂ ਸਮਾਂ, ਭਾਵ ਕਿ ਇੱਕੋ ਸਮੇਂ ਦੇ। ਔਰ ਇਸ ਪੰਕਤੀ ਦਾ ਅਰਥ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਇੱਕੋ ਕਾਲ ਦੇ ਧਾਰਮਿਕ, ਸਮਾਜਿਕ ਅਤੇ ਰਾਜਸੀ ਪ੍ਰਬੰਧਾਂ ਦਾ ਪਤਾ ਲੱਗਦਾ ਹੈ, ਕਿ ਭਾਵ ਉਸ ਸਮੇਂ ਕਿਹੋ ਜਿਹੇ ਰਾਜਸੀ, ਧਾਰਮਿਕ ਅਤੇ ਸਮਾਜਿਕ ਪ੍ਰਬੰਧ ਸਨ। ਆਪ ਜੀ ਨੇ ਆਪਣੀ ਬਾਣੀ ਵਿੱਚ ਦੁਨਿਆਵੀ ਮੋਹ ਮਾਇਆ ਅਤੇ ਹਉਮੈ ਨਾਲ ਭਰੀ ਜੀਵਨ ਸ਼ੈਲੀ ਦਾ ਖੰਡਨ ਕਰਦੇ ਹੋਏ ਨੇਕ ਆਚਰਣ ਉੱਤੇ ਜ਼ੋਰ ਦਿੱਤਾ ਹੈ। ਹੁਣ ਇੱਥੇ ਇੱਕ ਸ਼ਬਦ ਆਉਂਦਾ ਹੈ ਜੀਵਨ ਸ਼ੈਲੀ, ਜਿਸ ਦਾ ਭਾਵ ਹੈ ਲਾਈਫ ਸਟਾਈਲ, ਔਰ ਹਉਮੈ, ਜਿਸ ਦਾ ਭਾਵ ਹੈ ਹੰਕਾਰ, ਜਾਂ ਜਿਹਨੂੰ ਈਗੋ ਕਿਹਾ ਜਾਂਦਾ ਹੈ। ਭਾਵ ਕਿ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਮੋਹ ਮਾਇਆ ਅਤੇ ਹੰਕਾਰ ਭਰੇ ਜੀਵਨ ਦੀ ਨਿੰਦਾ ਕੀਤੀ ਹੈ, ਅਤੇ ਮਨੁੱਖ ਨੂੰ ਨੇਕ ਆਚਰਣ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਹੁਣ ਆਪਾਂ ਪੜ੍ਹਾਂਗੇ ਇਸ ਪਾਠ ਦੇ ਉਦੇਸ਼। ਇਹ ਪਾਠ ਪੜ੍ਹ ਕੇ ਅਸੀਂ ਹੇਠ ਲਿਖੀਆਂ ਗੱਲਾਂ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਹੈ ਸੌਮਣ ਹਸਤੀ ਕਿਉ ਗੁੜ ਖਾਵੇ। ਆਪਾਂ ਇਸ ਦੇ ਅਰਥ ਬਾਰੇ ਸਮਝਾਂਗੇ। ਅੱਗੇ ਆਪਾਂ ਪ੍ਰਸੰਗ ਅਤੇ ਉਹਨਾਂ ਦੀ ਵਿਆਖਿਆ ਸਮਝਾਂਗੇ। ਫਿਰ ਆਪਾਂ ਭਾਸ਼ਾ ਸ਼ੈਲੀ ਸਮਝਾਂਗੇ, ਅਤੇ ਅੰਤ 'ਤੇ ਆਪਾਂ ਜੀਵਨ ਤੇ ਰਚਨਾ ਸਮਝਾਂਗੇ। ਹੁਣ ਆਪਾਂ ਪੜ੍ਹਾਂਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ, ਪਰ ਆਪਾਂ ਇਸ ਬਾਣੀ ਨੂੰ ਇਸ ਦੀ ਵਿਆਖਿਆ ਦੇ ਸਹਿਤ ਪੜ੍ਹਾਂਗੇ। ਤਾਂ ਆਓ ਇਸ ਪਾਠ ਵਿੱਚ ਦਰਜ ਹੇਠ ਲਿਖਣੀਆਂ ਬਾਣੀ ਸਤਰਾਂ ਦੀ ਵਿਆਖਿਆ ਕਰ ਲਈਏ। ਇੱਥੇ ਇੱਕ ਸ਼ਬਦ ਹੁੰਦਾ ਹੈ ਸਤਰਾਂ, ਜਿਸ ਦਾ ਮਤਲਬ ਹੁੰਦਾ ਹੈ ਪੰਕਤੀਆਂ ਜਾਂ ਲਾਈਨਸ। ਤਾਂ ਸੌਵਣ ਹਸਤੀ ਕਿਉ ਗੁੜ ਖਾਵੇ, ਪੰਜ ਲੈ ਦਾਣਾ ਖਾਏ, ਡਕੇ ਫੁਕੇ ਖੇ ਉਡਾਵੇ, ਸਾਹ ਕੇ ਪਛਤਾਏ, ਅੰधी ਫੂਕੀ ਮੁਈ ਦੀਵਾਨੀ, ਖਸਮ ਮਿੱਟੀ ਫਿਰ ਪਾਨੀ, ਅਧ ਗਲਾ ਚਿੜੀ ਕਾ ਚੁਗਣ, ਗਹਿਣ ਚੜੀ ਪਿਲ ਲਾਏ, ਖਸਮੇ ਭਾਵੇ ਓਹਾ ਚੰਗਾ, ਜਿਹ ਕਰ ਖੁਦਾਏ। ਤਾਂ ਹੁਣ ਆਪਾਂ ਇਹਨਾਂ ਦੇ ਅਰਥ ਸਮਝਾਂਗੇ। ਉਪਰੋਕਤ ਬਾਣੀ ਕਾਵਿ ਵਿੱਚ ਗੁਰੂ ਨਾਨਕ ਦੇਵ ਜੀ ਨੇ ਹਉਮੈ ਵਿੱਚ ਗ੍ਰਸਤ ਲੋਕਾਂ ਨੂੰ ਹਉਮੈ ਤਿਆਗ ਕੇ ਮੂਲ ਸੱਚ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਹੁਣ ਇੱਥੇ ਸਭ ਤੋਂ ਪਹਿਲਾ ਸ਼ਬਦ ਆਉਂਦਾ ਹੈ ਉਪਰੋਕਤ, ਮਤਲਬ ਉੱਪਰ ਲਿਖੀ ਹੋਈ। ਇਸ ਤੋਂ ਅਗਲਾ ਸ਼ਬਦ ਹੈ ਹਉਮੈ, ਜਿਸ ਦਾ ਅਰਥ ਹੈ ਹੰਕਾਰ ਜਾਂ ਈਗੋ, ਔਰ ਇਸ ਤੋਂ ਅੱਗੇ ਹੈ ਮੂਲ ਸੱਚ। ਤਾਂ ਇੱਥੇ ਮੂਲ ਸੱਚ ਤੋਂ ਕੀ ਅਰਥ ਹੈ? ਮੂਲ ਸੱਚ ਤੋਂ ਅਰਥ ਹੈ ਪਰਮਾਤਮਾ ਨੂੰ ਲੱਭਣਾ। ਇਸ ਤੋਂ ਅੱਗੇ ਸ਼ਬਦ ਆਉਂਦਾ ਹੈ ਉਪਦੇਸ਼, ਜਿਸ ਦਾ ਮਤਲਬ ਹੁੰਦਾ ਹੈ ਲੈਸਨ। ਤਾਂ ਹੁਣ ਆਪਾਂ ਅੱਗੇ ਪੜ੍ਹਾਂਗੇ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ, ਫਰਮਾਉਂਦੇ ਦਾ ਮਤਲਬ ਹੁੰਦਾ ਹੈ ਕਹਿੰਦੇ ਜਾਂ ਆਖਦੇ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹਾਥੀ ਕਈ ਮਣ ਗੁੜ, ਘਿਓ ਅਤੇ ਦਾਣੇ ਖਾ ਜਾਂਦਾ ਹੈ, ਇਸ ਤੋਂ ਬਾਅਦ ਡਕਾਰਦਾ, ਸ਼ੂਕਦਾ, ਆਪਣੀ ਸੁੰਡ ਨਾਲ ਮਿੱਟੀ ਉਡਾਉਂਦਾ ਹੈ।
ਸ਼ੂਕ ਦਾ ਮਤਲਬ ਭੱਜਿਆ ਫਿਰਦਾ ਹੈ ਔਰ ਆਪਣੀ ਸੁੰਡ ਨਾਲ ਮਿੱਟੀ ਉਡਾਉਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਨੂੰ ਆਪਣੀ ਨਾਸ਼ਵੰਤਤਾ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਪਛਤਾਉਂਦਾ ਹੈ। ਨਾਸ਼ਵੰਤਤਾ ਮੀਨਸ ਜੋ ਸਦਾ ਲਈ ਨਹੀਂ ਰਹਿੰਦੀ, ਜਿਸ ਦਾ ਨਾਸ਼ ਹੋ ਜਾਂਦਾ ਹੈ ਸਮੇਂ ਦੇ ਨਾਲ। ਗੁਰੂ ਨਾਨਕ ਦੇਵ ਜੀ ਨੇ ਇੱਥੇ ਹਾਥੀ ਨੂੰ ਦੁਨਿਆਵੀ ਪਦਾਰਥਾਂ ਦੀ ਲਾਲਸਾ ਵਿੱਚ ਅੰਨੀ ਹੋਈ ਦੁਨੀਆ ਲਈ ਪ੍ਰਤੀਕ ਵਜੋਂ ਵਰਤਿਆ ਹੈ। ਭਾਵ ਕਿ ਗੁਰੂ ਨਾਨਕ ਦੇਵ ਜੀ ਨੇ ਹਾਥੀ ਨੂੰ ਦੁਨਿਆਵੀ ਲੋਕਾਂ ਦਾ ਹਾਥੀ ਦਾ ਉਦਾਹਰਣ ਲੈ ਕੇ ਦੁਨਿਆਵੀ ਲੋਕਾਂ ਦੀ ਸਥਿਤੀ ਬਾਰੇ ਸਮਝਾਇਆ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਦੁਨੀਆ ਵੀ ਹਾਥੀ ਵਾਂਗ ਧਨ ਪਦਾਰਥਾਂ ਦੇ ਮਾਣ ਵਿੱਚ ਅੰਨੀ ਹੋਈ ਮੂਲ ਸੱਚ ਤੋਂ ਟੁੱਟੀ ਹੋਈ ਹੈ। ਭਾਵ ਕਿ ਉਹ ਪਰਮਾਤਮਾ ਦੇ ਸੱਚ ਨੂੰ ਨਹੀਂ ਪਛਾਣ ਰਹੀ ਹੈ। ਹਾਥੀ ਦੇ ਉਲਟ ਗੁਰੂ ਨਾਨਕ ਦੇਵ ਜੀ ਨੇ ਨਿੱਕਕਾਰੀ, ਜਿਸ ਤੋਂ ਭਾਵ ਹੈ ਕਿ ਛੋਟੇ ਆਕਾਰ ਦੀ ਚਿੜੀ ਦੀ ਉਦਾਹਰਣ ਦਿੱਤੀ ਹੈ, ਜਿਸ ਦੀ ਖੁਰਾਕ ਮਸਾਂ ਅੱਧਾ ਕੁ ਦਾਣਾ ਹੈ, ਭਾਵ ਬਹੁਤ ਥੋੜੀ ਹੈ। ਚਿੜੀ ਥੋੜੀ ਜਿਹੀ ਚੋਗ ਚੁੱਕ ਕੇ ਆਕਾਸ਼ ਵਿੱਚ ਉੜਦੀ ਹੈ ਅਤੇ ਬੋਲਦੀ ਹੈ, ਇਹ ਪ੍ਰਭੂ ਦਾ ਨਾਂ ਪੁਕਾਰਦੀ ਹੈ, ਭਾਵ ਹਉਮੈ ਭਾਵ ਤੋਂ ਮੁਕਤ ਹੈ, ਤਾਂ ਹੀ ਉਹ ਪ੍ਰਭੂ ਨੂੰ ਚੰਗੀ ਲੱਗਦੀ ਹੈ। ਸੋ ਬਹੁਤਾ ਖਾ ਕੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਥੋੜ੍ਹਾ ਖਾ ਕੇ ਪ੍ਰਭੂ ਦਾ ਨਾਂ ਜਪਣ ਵਾਲੀ ਚਿੜੀ ਕਿਤੇ ਜ਼ਿਆਦਾ ਚੰਗੀ ਹੈ। ਸੋ ਮਨੁੱਖ ਨੂੰ ਹਉਮੈ ਤਿਆਗ ਕੇ ਨਿਮਰਤਾ ਨਾਲ ਜੀਵਨ ਬਿਤਾਉਣਾ ਚਾਹੀਦਾ ਹੈ। ਹੁਣ ਆਪਾਂ ਟਿੱਪਣੀ ਪੜ੍ਹਾਂਗੇ। ਹਉਮੈ ਬਹੁਤ ਵੱਡਾ ਰੋਗ ਹੈ, ਭਾਵ ਕਿ ਹੰਕਾਰ ਬਹੁਤ ਵੱਡਾ ਰੋਗ ਹੈ। ਮਨੁੱਖ ਨੂੰ ਦੁਨਿਆਵੀ ਪਦਾਰਥਾਂ ਅਤੇ ਸੱਤਾ ਦੇ ਮਾਣ ਵਿੱਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੀਵਨ ਅਤੇ ਸੰਸਾਰ ਨਾਸ਼ਵਾਨ ਹੈ, ਭਾਵ ਕਿ ਇਹ ਮਨੁੱਖੀ ਜੀਵਨ ਅਤੇ ਇਸ ਸੰਸਾਰ ਵਿੱਚ ਹਰ ਇੱਕ ਵਸਤੂ ਨਾਸ਼ਵਾਨ ਹੈ, ਭਾਵ ਕਿ ਸਮੇਂ ਨਾਲ ਉਸ ਦਾ ਨਾਸ਼ ਹੋ ਜਾਏਗਾ। ਸੋ ਮਨੁੱਖ ਨੂੰ ਹਉਮੈ ਤਿਆਗ ਕੇ ਨਿਮਰਤਾ ਗ੍ਰਹਿਣ ਕਰਦੇ ਹੋਇਆਂ ਮੂਲ ਸੱਚ ਨਾਲ ਜੁੜਨਾ ਚਾਹੀਦਾ ਹੈ। ਇੱਥੇ ਇੱਕ ਸ਼ਬਦ ਆਉਂਦਾ ਹੈ ਨਿਮਰਤਾ, ਜਿਸ ਦਾ ਮਤਲਬ ਹੁੰਦਾ ਹੈ ਹਿਊਮਿਲਿਟੀ ਜਾਂ ਨਿਮਾਣਤਾ। ਹਉਮੈ ਮੁਕਤ ਨਿੱਕਾ ਜੀਵ ਹਉਮੈ ਗ੍ਰਸਤ ਵੱਡੇ ਤੋਂ ਵੱਡੇ ਜੀਵ ਨਾਲੋਂ ਕਿਤੇ ਚੰਗਾ ਹੈ, ਭਾਵ ਕਿ ਹਉਮੈ ਨਾਲ ਗ੍ਰਸਤ ਵੱਡੇ ਤੋਂ ਵੱਡਾ ਔਰ ਤਕੜੇ ਤੋਂ ਤਕੜਾ ਇਨਸਾਨ ਹਉਮੈ ਤੋਂ ਮੁਕਤ ਇੱਕ ਛੋਟੇ ਇਨਸਾਨ ਨਾਲੋਂ ਕਈ ਗੁਣਾ ਛੋਟਾ ਰਹੇਗਾ। ਹੁਣ ਆਪਾਂ ਅਗਲੀਆਂ ਸਤਰਾਂ ਪੜ੍ਹਾਂਗੇ ਅਤੇ ਉਹਨਾਂ ਦੀ ਵਿਆਖਿਆ ਕਰਾਂਗੇ। ਸੋ ਅਗਲੀਆਂ ਸਤਰਾਂ ਹਨ। ਸਕਤਾ ਸੀਹੂ ਮਾਰੇ ਸੈ ਮਿਰਿਆ, ਸਭ ਪਿੱਛੇ ਪੈ ਖਾਏ, ਹੋਏ ਸਤਾਣਾ ਕਰ ਮੈਂ ਆਵੇ, ਸਾਹ ਗਏ ਪਛਤਾਏ, ਅੰਧਾ ਕਿਸਕੋ ਬੁੱਕ ਸੁਣਾਵੇ, ਖਸਮੇ ਮੂਲ ਨ ਪਾਵੇ, ਅਕਸਿਓ ਪ੍ਰੀਤ ਕਰੇ ਅਕ ਟਿੱਡਾ, ਅਕ ਡਾਲੀ ਬਹਿ ਖਾਏ, ਖਸਮੇ ਪਾਵੇ ਉਹ ਚੰਗਾ, ਜਿਹ ਕਰ ਖੁਦਾਏ ਖੁਦਾਏ। ਹੁਣ ਇਹਨਾਂ ਪੰਕਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇੱਕ ਤਾਕਤਵਰ ਸ਼ੇਰ ਸੈਂਕੜੇ ਮਿਰਗਾਂ ਤੋਂ ਭਾਵ ਹਿਰਨਾਂ, ਭਾਵ ਕਿ ਸ਼ੇਰ ਸੈਂਕੜੇ ਹਿਰਨਾਂ ਨੂੰ ਮਾਰ ਦਿੰਦਾ ਹੈ ਅਤੇ ਉਸ ਦੇ ਪਿੱਛੇ ਹੋਰ ਜੰਗਲੀ ਪਸ਼ੂਆਂ ਨੂੰ ਮਾਰ ਕੇ ਉਹਨਾਂ ਨਾਲ ਆਪਣਾ ਪੇਟ ਭਰਦਾ ਹੈ। ਉਹ ਤਾਕਤ ਅਤੇ ਸੱਤਾ ਦੇ ਨਸ਼ੇ ਵਿੱਚ ਆਪਣੇ ਅੰਦਰ ਨੂੰ ਨਹੀਂ ਸਮਝਦਾ, ਭਾਵ ਕਿ ਉਹ ਤਾਕਤ ਅਤੇ ਹਉਮੈ ਦੇ ਨਸ਼ੇ ਵਿੱਚ ਪਰਮਾਤਮਾ ਨੂੰ ਨਹੀਂ ਪਹਿਚਾਣਦਾ। ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਦਹਾੜਨਾ ਬੰਦ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਉਮੈ ਅਤੇ ਸੱਤਾ ਦੇ ਨਸ਼ੇ ਵਿੱਚ ਦਹਾੜਦਾ ਸ਼ੇਰ ਪ੍ਰਭੂ ਪ੍ਰੀਤਮ ਨੂੰ ਚੰਗਾ ਨਹੀਂ ਲੱਗਦਾ। ਇੱਥੇ ਸ਼ੇਰ ਸੱਤਾ ਅਤੇ ਹਉਮੈ ਦੇ ਨਸ਼ੇ ਵਿੱਚ ਫੁਕਾਰਦੇ ਲੋਕਾਂ ਲਈ ਪ੍ਰਤੀਕ ਦੇ ਰੂਪ ਵਿੱਚ ਵਰਤਿਆ ਗਿਆ ਹੈ। ਹੁਣ ਇੱਥੇ ਇੱਕ ਸ਼ਬਦ ਆਉਂਦਾ ਫੁਕਾਰਦੇ। ਫੁਕਾਰਦੇ ਦਾ ਭਾਵ ਹੁੰਦਾ ਹੈ ਕਿ ਜਿਵੇਂ ਸੱਪ ਆਪਣਾ ਫਨ ਫੁਕਾਰਦਾ ਹੈ, ਉਸੇ ਤਰੀਕੇ ਨਾਲ ਸੱਤਾ ਦੇ ਹਉਮੈ ਦੇ ਨਸ਼ੇ ਵਿੱਚ ਗ੍ਰਸਤ ਲੋਕ ਫੁਕਾਰਦੇ ਫਿਰਦੇ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸੱਤਾ ਅਤੇ ਹਉਮੈ ਵਿੱਚ ਗ੍ਰਸਤ ਲੋਕ ਪ੍ਰਭੂ ਪ੍ਰੀਤਮ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਚੜ੍ਹਦੇ। ਗੁਰੂ ਨਾਨਕ ਦੇਵ ਜੀ ਸ਼ੇਰ ਦੇ ਟਾਕਰੇ, ਭਾਵ ਸ਼ੇਰ ਦੇ ਮੁਕਾਬਲੇ 'ਤੇ ਅੱਕ ਟਿੱਡੇ ਦਾ ਉਦਾਹਰਨ ਦਿੰਦੇ ਹਨ। ਅੱਕ ਟਿੱਡਾ ਕਿਹੜਾ ਟਿੱਡਾ ਹੁੰਦਾ ਹੈ? ਅੱਕ ਟਿੱਡਾ ਉਹ ਕੀੜਾ ਹੁੰਦਾ ਹੈ ਜਿਹੜਾ ਅੱਕ ਦੇ ਬੂਟੇ ਦਰਖਤ ਉੱਤੇ ਰਹਿੰਦਾ ਹੈ। ਉਦਾਹਰਨ ਦਿੰਦੇ ਹਨ ਕਿ ਜਿਹੜਾ ਅੱਕ ਨਾਲ ਹੀ ਪਿਆਰ ਕਰਦਾ ਹੈ ਅਤੇ ਅੱਕ ਦੀ ਡਾਲੀ 'ਤੇ ਬੈਠ ਕੇ, ਡਾਲੀ ਭਾਵ ਟਾਹਣੀ 'ਤੇ ਬੈਠ ਕੇ ਅੱਕ ਨਾਲ ਹੀ ਗੁਜ਼ਾਰਾ ਕਰ ਲੈਂਦਾ ਹੈ, ਭਾਵ ਕਿ ਥੋੜ੍ਹੇ ਵਿੱਚ ਹੀ ਖੁਸ਼ ਰਹਿੰਦਾ ਹੈ। ਅੱਕ ਟਿੱਡੇ ਜਦੋਂ ਇਸ ਹਾਲ ਵਿੱਚ ਰਹਿ ਕੇ ਪ੍ਰਭੂ ਨੂੰ ਚਿਤਵਦਾ ਹੈ, ਭਾਵ ਕਿ ਯਾਦ ਕਰਦਾ ਹੈ, ਰੱਬ ਨੂੰ ਯਾਦ ਕਰਦਾ ਹੈ, ਤਾਂ ਉਹ ਪ੍ਰਭੂ ਪ੍ਰੀਤਮ ਨੂੰ ਚੰਗਾ ਲੱਗਦਾ ਹੈ। ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸੱਤਾ ਅਤੇ ਹਉਮੈ ਦੇ ਨਸ਼ੇ ਵਿੱਚ ਬੁੱਕਣ ਵਾਲੇ ਸ਼ੇਰ ਨਾਲੋਂ ਅੱਕ ਟਿੱਡਾ ਕਿਤੇ ਚੰਗਾ ਹੈ ਜੋ ਹਉਮੈ ਤੋਂ ਮੁਕਤ ਹੈ। ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਟਿੱਪਣੀ, ਜਿਸ ਵਿੱਚ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਨੇ ਉਪਰੋਕਤ ਬਾਣੀ ਸਤਰਾਂ ਵਿੱਚ, ਉਪਰੋਕਤ ਦਾ ਭਾਵ ਹੈ ਉੱਪਰ ਲਿਖੀਆਂ ਹੋਈਆਂ ਬਾਣੀ ਸਤਰਾਂ ਵਿੱਚ ਸ਼ੇਰ ਨੂੰ ਸੱਤਾ ਅਤੇ ਹਉਮੈ ਗ੍ਰਸਤ ਲੋਕਾਈ ਦੇ ਪ੍ਰਤੀਕ ਵਜੋਂ ਇਸਤੇਮਾਲ ਕੀਤਾ ਹੈ। ਗ੍ਰਸਤ ਹੁੰਦਾ ਹੈ ਉਲਝੇ ਹੋਏ। ਇਹ ਪੂਰੀ ਪੰਕਤੀ ਦਾ ਭਾਵ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਾਣੀ ਸਤਰਾਂ ਵਿੱਚ ਸ਼ੇਰ ਨੂੰ ਸੱਤਾ ਅਤੇ ਹਉਮੈ ਦੇ ਵਿੱਚ ਉਲਝੇ ਹੋਏ ਲੋਕਾਂ ਦਾ ਉਦਾਹਰਨ ਵਜੋਂ ਪੇਸ਼ ਕੀਤਾ ਹੈ।
ਜਦੋਂ ਕਿ ਅੱਕ ਟਿੱਡੇ ਨੂੰ ਫਕੀਰ ਲੋਕਾਂ ਲਈ ਪ੍ਰਤੀਕ ਵਜੋਂ ਵਰਤਿਆ ਹੈ, ਭਾਵ ਕਿ ਅੱਕ ਟਿੱਡੇ ਦੀ ਬਿਰਤੀ ਨੂੰ, ਭਾਵ ਕਿ ਉਸ ਦੀ ਜੀਵਨ ਸ਼ੈਲੀ ਨੂੰ ਫਕੀਰਾਂ ਦੀ ਬਿਰਤੀ ਵਾਲਾ ਬੋਲਿਆ ਹੈ। ਸੱਤਾ ਤੇ ਹਉਮੈ ਮਨੁੱਖ ਨੂੰ ਆਤਮਕ ਤੌਰ 'ਤੇ ਮਾਰ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬੜੇ ਹੀ ਪ੍ਰਤੀਕਾਤਮਕ ਢੰਗ ਨਾਲ ਸਾਦਗੀ ਭਰਪੂਰ ਅਤੇ ਹਉਮੈ ਮੁਕਤ ਜੀਵਨ ਸ਼ੈਲੀ ਅਪਣਾਉਣ ਦਾ ਉਪਦੇਸ਼ ਦਿੱਤਾ ਹੈ। ਹੁਣ ਇੱਥੇ ਇੱਕ ਸ਼ਬਦ ਹੁੰਦਾ ਹੈ ਪ੍ਰਤੀਕਾਤਮਕ, ਜਿਸ ਦਾ ਅਰਥ ਹੁੰਦਾ ਹੈ ਰਿਐਕਸ਼ਨਰੀ, ਜਾਂ ਕਿਸੇ ਕਾਰਜ ਦੇ ਵਿਰੁੱਧ ਪ੍ਰਤੀਕਿਰਿਆ ਕਰਨਾ। ਹੁਣ ਆਪਾਂ ਅਗਲੀਆਂ ਪੰਕਤੀਆਂ ਪੜ੍ਹਾਂਗੇ, ਜਿਨ੍ਹਾਂ ਵਿੱਚ ਲਿਖਿਆ ਹੈ, ਨਾਨਕ ਦੁਖੀਆ ਚਾੜ ਦਿਹਾੜੇ, ਸੁਖ ਕੀਤੈ ਦੁਖ ਹੋਈ, ਗਲਾ ਵਾਲੇ ਹੈਨ ਘਨੇਰੇ, ਛੱਡ ਨਾ ਸਕੇ ਕੋਈ, ਮੱਖੀ ਮਿੱਠੇ ਮਾਰਨਾ, ਜਿੰਤੂ ਰਾਖੇ ਤਿਨ ਨੇੜ ਨਾ ਆਵੇ, ਤਿਨ ਭਉ ਸਾਗਰ ਤਰਨਾ। ਹੁਣ ਆਪਾਂ ਇਹਨਾਂ ਸਤਰਾਂ ਦੀ ਵਿਆਖਿਆ ਪੜ੍ਹਾਂਗੇ। ਉਪਰੋਕਤ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਨੂੰ ਥੋੜ੍ਹੇ ਚਿਰ, ਭਾਵ ਕਿ ਥੋੜ੍ਹੇ ਸਮੇਂ ਵਾਲਾ ਜਾਂ ਘੱਟ ਸਮੇਂ ਵਾਲਾ ਅਤੇ ਨਾਸ਼ਵਾਨਤਾ ਤੋਂ ਜਾਣੂ ਕਰਵਾਇਆ ਹੈ। ਨਾਸ਼ਵਾਨਤਾ ਭਾਵ ਟੈਂਪਰੇਰੀਨੈਸ, ਜੋ ਸਦਾ ਲਈ ਨਹੀਂ ਰਹਿੰਦੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਦੁਨੀਆ ਵਿੱਚ ਜਿਉਣਾ 4 ਦਿਨ ਦਾ ਹੈ, ਭਾਵ ਬਹੁਤ ਥੋੜ੍ਹਾ ਹੈ। ਜੇਕਰ ਦੁਨਿਆਵੀ ਸੁੱਖਾਂ ਵਿੱਚ ਬੰਦਾ ਗ੍ਰਸਤ ਹੋ ਜਾਏ ਤਾਂ ਅੰਤ ਦੁਖੀ ਹੁੰਦਾ ਹੈ, ਭਾਵ ਕਿ ਜੇਕਰ ਬੰਦਾ ਸਿਰਫ ਦੁਨਿਆਵੀ ਸੁੱਖਾਂ ਵਿੱਚ ਹੀ ਉਲਝਿਆ ਰਹੇ ਤਾਂ ਉਸ ਦਾ ਅੰਤ ਬਹੁਤ ਦੁਖਾਲਾ ਹੁੰਦਾ ਹੈ। ਗੱਲਾਂ ਮਾਰਨ ਵਾਲੇ ਤਾਂ ਬਹੁਤ ਹਨ, ਪਰ ਇਸ ਦੁਨੀਆ ਦੇ ਸੁੱਖਾਂ ਤੋਂ ਵਿੱਥ ਥਾਪਣ ਵਾਲੇ ਬਹੁਤ ਥੋੜ੍ਹੇ ਹਨ। ਵਿੱਥ ਥਾਪਣ ਦਾ ਮਤਲਬ ਹੁੰਦਾ ਹੈ ਕਿ ਡਿਫਰੈਂਸ ਕ੍ਰੀਏਟ ਕਰਨਾ ਜਾਂ ਦੂਰੀ ਬਣਾਉਣਾ। ਜਿਵੇਂ ਮੱਖੀਆਂ ਮਿਠਾਸ ਉੱਤੇ ਮਰਦੀਆਂ ਹਨ, ਇਸੇ ਤਰ੍ਹਾਂ ਦੁਨਿਆਵੀ ਲੋਕ ਦੁਨਿਆਵੀ ਪਦਾਰਥਾਂ ਦੀ ਮਿਠਾਸ ਦੀ ਜਕੜ ਤੋਂ ਬਾਹਰ ਨਹੀਂ ਨਿਕਲ ਪਾਉਂਦੇ, ਭਾਵ ਕਿ ਉਹ ਇਹਨਾਂ ਚੀਜ਼ਾਂ ਵਿੱਚ ਹੀ ਦੁਨਿਆਵੀ ਪਦਾਰਥਾਂ ਵਿੱਚ ਹੀ ਉਲਝੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਉਹ ਦੁਨਿਆਵੀ ਪਦਾਰਥਾਂ ਦੀ ਮਿਠਾਸ ਤੋਂ ਦੂਰ ਰੱਖਦਾ ਹੈ, ਜਿਨ੍ਹਾਂ ਨੂੰ ਉਹ ਦੁਨਿਆਵੀ ਪਦਾਰਥਾਂ ਦੀ ਮਿਠਾਸ ਤੋਂ ਦੂਰ ਰੱਖਦਾ ਹੈ, ਉਹ ਲੋਕ ਹੀ ਸਾਗਰ ਰੂਪੀ ਸੰਸਾਰ ਨੂੰ ਤਰ ਕੇ ਪਾਰ ਲੰਘ ਜਾਂਦੇ ਹਨ। ਹੁਣ ਇੱਥੇ ਇੱਕ ਸ਼ਬਦ ਹੁੰਦਾ ਹੈ ਸੰਬੋਧਨ, ਜਿਸ ਦਾ ਮਤਲਬ ਹੁੰਦਾ ਹੈ ਕਿ ਐਡਰੈਸ ਕਰਨਾ ਜਾਂ ਕਿਸੇ ਨੂੰ ਸੰਬੋਧਨ ਕਰਨਾ। ਤਾਂ ਇਸ ਪੰਕਤੀ ਵਿੱਚ ਲਿਖਿਆ ਹੈ ਕਿ ਜਿਸ ਮਨੁੱਖ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਉਸ ਨੂੰ ਇਸ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਮੁਕਤ ਕਰ ਦਿੰਦਾ ਹੈ ਅਤੇ ਆਪਣੇ ਤੱਕ ਪਹੁੰਚਣ ਦਾ ਮਾਰਗ ਦਿਖਾ ਦਿੰਦਾ ਹੈ। ਹੁਣ ਆਪਾਂ ਪੜ੍ਹਾਂਗੇ ਟਿੱਪਣੀ। ਮਨੁੱਖੀ ਜੀਵਨ ਥੋੜ੍ਹਾ ਚਿਰਾ ਹੈ। ਮਨੁੱਖ ਨੂੰ ਦੁਨਿਆਵੀ ਸੁੱਖ ਸਹੂਲਤਾਂ ਦੀ ਮਿਠਾਸ ਵਿੱਚ ਗਲਤਾਨ ਹੋ ਕੇ ਭਾਵ ਕਿ ਉਲਝ ਕੇ ਮੂਲ ਸੱਚ ਨੂੰ ਨਹੀਂ ਭੁੱਲਣਾ ਚਾਹੀਦਾ, ਭਾਵ ਕਿ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਸਾਗਰ ਰੂਪੀ ਸੰਸਾਰ ਨੂੰ ਉਹੀ ਪਾਰ ਕਰ ਸਕਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਖੁਦ ਇਸ ਦੁਨਿਆਵੀ ਮਿਠਾਸ ਤੋਂ ਦੂਰ ਰੱਖਦਾ ਹੈ। ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਭਾਸ਼ਾ ਅਤੇ ਸ਼ੈਲੀ ਬਾਰੇ, ਜਿਸ ਵਿੱਚ ਲਿਖਿਆ ਹੈ, ਗੁਰੂ ਨਾਨਕ ਦੇਵ ਜੀ ਨੇ ਆਪਣਾ ਧਾਰਮਿਕ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਲੋਕ ਕਾਵਿ ਰੂਪਾਂ ਵਿੱਚ ਰਚਨਾ ਕੀਤੀ ਹੈ। ਆਪ ਜੀ ਨੇ ਆਪਣੇ ਅਧਿਆਤਮ ਦਾ ਮਤਲਬ ਹੁੰਦਾ ਹੈ ਅਧਿਆਤਮ ਨਾਲ ਜੁੜੀ ਹੋਈ ਜਾਂ ਰੱਬ ਨਾਲ ਜੁੜੀ ਹੋਈ ਵਿਚਾਰ ਪ੍ਰਗਟਾਵੇ ਦਾ ਮਤਲਬ ਹੁੰਦਾ ਐਕਸਪ੍ਰੈਸ਼ਨ ਆਫ ਥਾਟਸ ਐਂਡ ਫੀਲਿੰਗਸ। ਪ੍ਰਗਟਾਵੇ ਲਈ ਘਰੇਲੂ ਜੀਵਨ, ਲੋਕ ਸੰਸਕ੍ਰਿਤੀ ਅਤੇ ਪ੍ਰਾਕ੍ਰਿਤਿਕ ਮਤਲਬ ਕੁਦਰਤੀ ਜਗਤ ਵਿੱਚੋਂ ਚਿੰਨ੍ਹ ਪ੍ਰਤੀਕ ਲੈ ਕੇ ਉਹਨਾਂ ਦੀ ਢੁਕਵੀਂ ਦਾ ਮਤਲਬ ਹੁੰਦਾ ਹੈ ਅਸਰਦਾਰ ਵਰਤੋਂ ਕੀਤੀ ਹੈ। ਇਸ ਪਾਠ ਵਿੱਚ ਦਰਜ ਬਾਣੀ ਵਿੱਚ ਉਹਨਾਂ ਨੇ ਹਾਥੀ ਤੇ ਚਿੜੀ ਅਤੇ ਸ਼ੇਰ ਤੇ ਅੱਕ ਟਿੱਡੇ ਆਦਿ ਦੇ ਵਿਰੋਧ ਜੁੱਟ ਸਿਰਜ ਕੇ, ਭਾਵ ਕਿ ਉਹਨਾਂ ਨੂੰ ਇੱਕ ਦੂਸਰੇ ਦੇ ਆਮੋ ਸਾਹਮਣੇ ਖੜੇ ਕਰਕੇ ਆਪਣੇ ਅਧਿਆਤਮਕ ਸੰਦੇਸ਼ ਨੂੰ ਸੰਚਾਰਿਆ ਮੀਨਸ ਟੂ ਕਮਿਊਨੀਕੇਟ ਕੀਤਾ ਹੈ। ਹਾਥੀ ਅਤੇ ਸ਼ੇਰ ਦੇ ਸੁਭਾਅ ਰਾਹੀਂ ਉਹਨਾਂ ਨੇ ਸੱਤਾ ਅਤੇ ਹਉਮੈ 'ਚ ਗ੍ਰਸਤ ਲੋਕਾਈ ਉੱਤੇ ਵਿਅੰਗ ਕੱਸਿਆ ਹੈ, ਭਾਵ ਕਿ ਉਹਨਾਂ ਦੀ ਨਿੰਦਾ ਕੀਤੀ ਹੈ, ਜਦੋਂ ਕਿ ਚਿੜੀ ਅਤੇ ਅੱਕ ਟਿੱਡੇ ਰਾਹੀਂ ਹਉਮੈ ਤੋਂ ਮੁਕਤ ਲੋਕਾਈ ਦਾ ਬਿੰਬ ਸਿਰਜਿਆ ਹੈ। ਬਿੰਬ ਹੁੰਦਾ ਵਾ ਇਮੇਜ ਜਾਂ ਤਸਵੀਰ। ਆਪ ਜੀ ਦੀਆਂ ਅਨੇਕਾਂ ਤੁਕਾਂ ਅਟੱਲ ਸੱਚਾਈ ਦਾ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਚੁੱਕੀਆਂ ਹਨ। ਸਮੁੱਚੇ ਰੂਪ ਵਿੱਚ, ਸਮੁੱਚੇ ਦਾ ਮਤਲਬ ਹੁੰਦਾ ਸਾਰੇ ਰੂਪ ਵਿੱਚ ਕਿਹਾ ਜਾਂਦਾ ਹੈ ਕਿ ਆਪ ਜੀ ਨੇ ਮਨੁੱਖੀ ਜੀਵਨ ਦੇ ਗੰਭੀਰ ਦਾਰਸ਼ਨਿਕ ਪਹਿਲੂਆਂ ਨੂੰ ਪੇਸ਼ ਕਰਨ ਲਈ ਪੰਜਾਬੀ ਚਿੰਨ੍ਹਾਂ, ਪ੍ਰਤੀਕਾਂ ਅਤੇ ਅਲੰਕਾਰਾਂ ਦੀ ਬਹੁਤ ਹੀ ਢੁਕਵੀਂ ਅਤੇ ਪ੍ਰਭਾਵਸ਼ਾਲੀ ਵਰਤੋਂ ਕੀਤੀ ਹੈ। ਹੁਣ ਇੱਥੇ ਇੱਕ ਸ਼ਬਦ ਹੁੰਦਾ ਪ੍ਰਭਾਵਸ਼ਾਲੀ, ਜਿਸ ਦਾ ਮਤਲਬ ਹੁੰਦਾ ਹੈ ਅਸਰਦਾਰ। ਇੱਕ ਸ਼ਬਦ ਹੁੰਦਾ ਪ੍ਰਤੀਕ, ਜਿਸ ਦਾ ਮਤਲਬ ਹੁੰਦਾ ਹੈ ਉਦਾਹਰਨ ਜਾਂ ਜਿਹਨੂੰ ਐਗਜ਼ਾਮਪਲ ਕਿਹਾ ਜਾਂਦਾ ਹੈ। ਔਰ ਇੱਕ ਸ਼ਬਦ ਹੁੰਦਾ ਹੈ ਅਲੰਕਾਰ ਦਾ ਸਿੱਧਾ ਅਰਥ ਹੁੰਦਾ ਹੈ ਗਹਿਣਾ। ਜਿਵੇਂ ਔਰਤ ਆਪਣਾ ਸ਼ਿੰਗਾਰ ਕਰਦੀ ਹੈ ਗਹਿਣਿਆਂ ਨਾਲ, ਉਵੇਂ ਹੀ ਕਵਿਤਾ ਦਾ ਸ਼ਿੰਗਾਰ ਅਲੰਕਾਰ ਨਾਲ ਕੀਤਾ ਜਾਂਦਾ ਹੈ, ਭਾਵ ਕਿ ਕਵਿਤਾ ਨੂੰ ਸਜਾਵਟ ਅਲੰਕਾਰ ਨਾਲ ਦਿੱਤੀ ਜਾਂਦੀ ਹੈ। ਹੁਣ ਅੱਗੇ ਆਪਾਂ ਪੜ੍ਹਾਂਗੇ ਯੋਗਤਾ ਵਿਸਥਾਰ ਬਾਰੇ, ਜਿਸ ਵਿੱਚ ਸਭ ਤੋਂ ਪਹਿਲੇ ਲਿਖਿਆ ਹੈ, ਗੁਰੂ ਨਾਨਕ ਦੇਵ ਜੀ ਪੰਜਾਬੀ ਗੁਰਮਤਿ ਕਾਵਿ ਧਾਰਾ ਦੇ ਮੋਢੀ ਕਵੀ ਸਨ, ਭਾਵ ਕਿ ਉਹ ਸਭ ਤੋਂ ਪਹਿਲੇ ਕਵੀ ਸਨ।
ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਹੋਰ ਗੁਰੂ ਸਾਹਿਬਾਨ ਦੀ ਬਾਣੀ ਗੁਰਮਤਿ ਕਾਵਿ ਪਰੰਪਰਾ ਦਾ ਅਮੀਰ ਵਿਰਸਾ ਹੈ। ਅੱਗੇ ਪੜ੍ਹਾਂਗੇ ਆਪਾਂ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਆਖਿਆ ਰੂਪ ਵਿੱਚ ਉਪਲਬਧ ਹੈ, ਭਾਵ ਕਿ ਮੌਜੂਦ ਹੈ ਜਾਂ ਅਵੇਲੇਬਲ ਹੈ, ਜਿਸ ਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਗਿਆਨ ਵਿੱਚ ਲੋੜੀਂਦਾ ਵਿਸਥਾਰ ਕਰ ਸਕਦੇ ਹਨ। ਲੋੜੀਂਦਾ ਹੁੰਦਾ ਵਾ ਜ਼ਰੂਰਤ ਅਨੁਸਾਰ, ਔਰ ਵਿਸਥਾਰ ਹੁੰਦਾ ਵਾਧਾ, ਭਾਵ ਕਿ ਉਹ ਆਪਣੀ ਜ਼ਰੂਰਤ ਅਨੁਸਾਰ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ। ਹੁਣ ਅੱਗੇ ਆਪਾਂ ਪੜ੍ਹਾਂਗੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਅਤੇ ਰਚਨਾ ਬਾਰੇ। ਪੰਜਾਬੀ ਗੁਰਮਤਿ ਕਾਵਿ ਪਰੰਪਰਾ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਆਗਮਨ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ, ਜੋ ਕਿ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ। ਦੁਨੀਆ ਨੂੰ ਜਾਗਰਤ ਕਰਨ ਲਈ ਆਪ ਨੇ 4 ਦਿਸ਼ਾਵਾਂ ਵਿੱਚ 4 ਉਦਾਸੀਆਂ ਕੀਤੀਆਂ। ਉਦਾਸੀਆਂ ਦਾ ਮਤਲਬ ਹੁੰਦਾ ਹੈ ਯਾਤਰਾਵਾਂ, ਔਰ ਜਾਗਰਤ ਦਾ ਮਤਲਬ ਹੁੰਦਾ ਹੈ ਜਗਾਉਣਾ। ਆਪ ਜੀ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਵੱਖ-ਵੱਖ ਪੀਰਾਂ, ਫਕੀਰਾਂ ਅਤੇ ਸੰਤਾਂ ਨਾਲ ਸੰਵਾਦ ਰਚਾਇਆ ਮਤਲਬ ਗੱਲਬਾਤ ਕੀਤੀ ਅਤੇ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ। ਮੌਲਿਕ ਦਾ ਮਤਲਬ ਹੁੰਦਾ ਮੂਲ ਤੋਂ ਉਪਜੇ ਹੋਏ ਜਾਂ ਆਪਣੇ। ਆਪ ਜੀ ਦੀ ਬਾਣੀ ਹਰ ਤਰ੍ਹਾਂ ਦੇ ਵਿਖਾਵੇ ਅਤੇ ਪਖੰਡ ਦਾ ਖੰਡਨ ਕਰਦੇ ਹੋਏ ਇੱਕ ਨਵੇਂ ਜੀਵਨ ਦਰਸ਼ਨ ਦੀ ਉਸਾਰੀ ਕਰਦੀ ਹੈ। ਉਸਾਰੀ ਦਾ ਭਾਵ ਹੁੰਦਾ ਹੈ ਨਿਰਮਾਣ ਜਾਂ ਕੰਸਟਰਕਸ਼ਨ। ਆਪ ਜੀ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 19 ਰਾਗਾਂ ਅਧੀਨ ਦਰਜ ਹੈ। ਅੱਗੇ ਆਪਾਂ ਪੜ੍ਹਾਂਗੇ ਰਚਨਾਵਾਂ ਦਾ ਵੇਰਵਾ, ਭਾਵ ਕਿ ਰਚਨਾਵਾਂ ਦੀ ਸੂਚੀ, ਜੋ ਕਿ ਹੈ ਜਪਜੀ, ਸਿੱਧ ਗੋਸ਼ਟ ਅਤੇ 3 ਵਾਰਾਂ, ਜੋ ਹਨ ਆਸਾ, ਮਾਝ ਅਤੇ ਮਲ੍ਹਾਰ ਰਾਗਾਂ ਵਿੱਚ। 12ਵਾਂ ਤੁਖਾਰੀ, ਸੋਹਿਲਾ, ਪਹਿਰੇ, ਵਣਜਾਰੇ, ਅਲਾਉਣੀਆਂ, ਬਾਬਰਵਾਣੀ, ਅਸ਼ਟਪਦੀਆਂ, ਛੰਤ, ਰੇਖਤਾ, ਸਲੋਕ ਅਤੇ ਸ਼ਬਦ ਆਦਿ।